ਇੱਕ ਪਾਸੇ ਸੂਬਾ ਸਰਕਾਰ ਨਵਾਂ ਐਕਟ ਲੈ ਕੇ ਆਈ ਹੈ ਤੇ ਦੂਜੇ ਪਾਸੇ ਹੁਣ ਕੇਂਦਰ ਸਰਕਾਰ ਨੇ ਵੀ ਐਕਟ ਦੀ ਤਿਆਰੀ ਕਰ ਲਈ ਹੈ। ਕੀ ਹੈ ਇਹ ਐਕਟ ਤੇ ਹੁਣ ਕੀ ਇਸ ਤੇ ਚਰਚਾਵਾਂ ਛਿੜ ਗਈਆਂ ਨੇ ਤੇ ਆਖਰਕਾਰ ਆਮ ਆਦਮੀ ਪਾਰਟੀ ਤੇ ਹੁਣ ਕਿਹੜੇ ਨਵੇਂ ਜਿਹੜੇ ਆ ਦੋਸ਼ ਲੱਗ ਰਹੇ ਆ, ਇਸ ਤੇ ਚਰਚਾ ਕਰਾਂਗੇ। ਅਗਲੇ ਮੁੱਦੇ ਦੀ ਗੱਲ ਕਰੀਏ ਤਾਂ ਇੱਕ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ ਤੇ 15 ਦਿਨਾਂ ਦਾ ਅਲਟੀਮੇਟਮ ਦਿੱਤਾ ਤਾਂ ਉਧਰ ਸੀਐਮ ਮਾਨ ਦਾ ਇੱਕ ਟਵੀਟ ਆ ਜਾਂਦਾ ਹੈ ਜਿਸ ਦੇ ਚੱਲਦਿਆਂ ਸਰਕਾਰ ਤੇ ਵੀ ਸਵਾਲੀਆ ਚਿੰਨ੍ਹ ਲੱਗਦਾ ਹੈ ਤੇ ਮੁੱਖ ਮੰਤਰੀ ਦੇ ਵੀ ਕੁਝ ਤਲਖੀ ਭਰੇ ਜਿਹੜਾ ਰਵੱਈਆ ਉਸ ਤੇ ਵੀ ਕੁਝ ਨਾ ਕੁਝ ਸਾਫ਼ ਹੁੰਦਾ ਨਜ਼ਰ ਆਇਆ। ਕੀ ਹੈ ਇਹ ਟਵੀਟ, ਇਸ ਤੇ ਗੱਲ ਕਰਾਂਗੇ। ਇਹਨਾਂ ਮੁੱਦਿਆਂ ਤੇ ਵਿਸਤਾਰ ਨਾਲ ਚਰਚਾ ਕਰਨ ਲਈ ਪ੍ਰਾਈਮ ਮੁੱਦੇ 'ਚ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ। ਪ੍ਰੋਫੈਸਰ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਦੇਖੀਏ ਤਾਂ ਜਿੱਥੇ 2024 ਦੀ ਇਲੈਕਸ਼ਨ ਆ ਰਹੀ ਹੈ ਉੱਥੇ ਗੱਲ ਹੋਣੀ ਸੀਗੀ ਮੁੱਦਿਆਂ ਦੀ, ਗੱਲ ਹੋਣੀ ਸੀਗੀ ਕਿ ਰੁਜ਼ਗਾਰ ਦੀ, ਗੱਲ ਹੋਣੀ ਸੀਗੀ ਕਿ ਕਿੱਧਰ ਨੂੰ ਜਾ ਰਹੀ ਹੈ ਸਾਡੀ ਨੌਜਵਾਨ ਪੀੜ੍ਹੀ, ਨਸ਼ੇ ਕਿੰਨੇ ਕੁ ਘਟੇ ਜਾਂ ਮਹਿੰਗਾਈ ਦਾ ਕੀ ਹਾਲ ਹੈ। ਤਾਂ ਇਹਨਾਂ ਚਰਚਾਵਾਂ ਦੌਰਾਨ ਨਵੇਂ ਐਕਟ ਆਈ ਜਾ ਰਹੇ ਹੈ ਜਿਸ ਦੇ ਚੱਲਦਿਆਂ ਪਹਿਲਾਂ ਸੂਬਾ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਉਹ ਸਿੱਖ ਸੋਧ ਐਕਟ ਲੈ ਕੇ ਆਈ ਹੈ, ਗੁਰਦੁਆਰਾ ਸੋਧ ਐਕਟ। ਤਾਂ ਉਧਰ ਜਿਹੜੇ ਕੇਂਦਰ ਸਰਕਾਰ ਨੇ ਤਿਆਰੀ ਖਿੱਚ ਲਈ ਹੈ UGC ਨੂੰ ਲੈ ਕੇ, ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ? ਕਿਵੇਂ ਇਸ ਤੇ ਜਿਹੜੀਆਂ ਹੁਣ ਚਰਚਾਵਾਂ ਨੇ, ਕੀ ਇਸ ਦਾ ਭਵਿੱਖ ਹੋਏਗਾ ਕਿ ਇਹਨਾਂ ਦੇ ਹੀ ਸਾਰੀ ਚੋਣ ਲੜੀ ਜਾਏਗੀ? ਜੀ ਪ੍ਰੋਫੈਸਰ ਸਾਹਿਬ। ਸਤਨਾਮ ਜੀ, ਅਸੀਂ ਬਹੁਤ ਦੇਰ ਦੀ ਇਸ ਗੱਲ ਦੀ ਸੋਚ ਰਹੇ ਸੀਗੇ ਕਿ ਐਤਕੀ ਪ੍ਰਧਾਨ ਮੰਤਰੀ ਦੀ ਪਟਾਰੀ ਚੋਂ ਕਿਹੜਾ ਸੱਪ ਜਿਹੜੀ ਅਜੇ ਬੀਨ ਵੱਜਣੀ ਨਹੀਂ ਸ਼ੁਰੂ ਹੋਈ, ਬੀਨ ਵਿੱਚ ਵੱਜਦੀ ਨਹੀਂ ਸੀ ਪਰ ਸਮਝ ਨਹੀਂ ਸੀ ਪੈ ਰਹੀ ਜੀ। ਹੁਣ ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਕਿੰਨੇ के 4 दिन का यात्रा, जो बाइडन जिल बाइडन वो अपने घरे बुला के स्वागतकार हीरे दिते जा रहे हैं, होर कई कुछ दिता जा रहा, मौका कोई पूरन दिता जा रहा कुछ, है ना। ये सारा उत्थे कीता, उत्थे सारे करन तो बाद उन्होंने कहा भाई साडी पब्लिक नूं भी जवाब दे मीडिया नूं भी जवाब दे, मीडिया इंज ते तुहानूं जाण नहीं दऊगे, इंडिया नहीं आया। ਤਾਂ ਉੱਥੇ ਇੱਕ ਸਬਰੀਨਾ ਸਦੀਕੀ ਨੇ ਸਵਾਲ ਆ, ਉਹ ਵਾਲ ਸਟਰੀਟ ਜਰਨਲ ਦੀ ਜਰਨਲਿਸਟ ਆ, ਉਹਨੇ ਇਹ ਕਿਹਾ ਭਾਈ ਮੋਦੀ ਜੀ ਤੁਹਾਡੀ ਵਾਹ ਹੋਈ, ਡਿਨਰ ਹੋ ਗਏ, ਗੱਲਾਂ ਹੋ ਗਈਆਂ, ਵਪਾਰ ਦੀਆਂ ਗੱਲਾਂ ਹੋ ਗਈਆਂ, ਠੀਕ ਆ, ਸਾਨੂੰ ਇਹ ਦੱਸੋ ਕਿ ਪਹਿਲੇ ਸਾਡੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਵੀ ਕਹਿ ਰਹੇ ਆ ਤੇ ਮੈਂ ਵੀ, ਮੇਰਾ ਵੀ ਉਹ ਸਵਾਲ ਹੈ। ਸਵਾਲ ਕੀ ਹੈ ਕਿ ਐਡੀ ਵੱਡੀ ਡੈਮੋਕ੍ਰੇਸੀ ਦੇ ਤੁਸੀਂ ਪ੍ਰਧਾਨ ਮੰਤਰੀ ਹੈ ਤੇ ਜਦੋਂ ਵਾਪਸ ਦੇਸ਼ 'ਚ ਜਾਓਗੇ ਤਾਂ ਕੀ ਮੁਸਲਮਾਨ ਜਾਂ ਹੋਰ ਘੱਟ ਗਿਣਤੀਆਂ ਜਿਹੜੀਆਂ ਆਸਤ ਮਹਿਸੂਸ ਕਰ ਰਹੀਆਂ, ਡਰੀਆਂ ਮਹਿਸੂਸ ਕਰ ਰਹੀਆਂ, ਉਹਨਾਂ ਨੂੰ ਕੋਈ ਯਕੀਨ ਤੇ ਭਰੋਸਾ ਦਿਵਾ ਪਾਓਗੇ ਕਿ ਕੋਈ ਡਰਨ ਦੀ ਲੋੜ ਨਹੀਂ ਹੈ। ਦੂਜਾ ਜਿਹੜਾ ਦੇਸ਼ ਦੇ ਅੰਦਰ ਮੀਡੀਆ ਦੀ ਆਵਾਜ਼ ਦਾ ਬੜਾ ਬੁਰਾ ਹਾਲ ਆ, ਉਹਦੇ 'ਚ ਵੀ ਕੋਈ ਸੁਧਾਰ ਲਿਆ ਪਾਓਗੇ? ਸਿਵਲ ਲਿਬਰਟੀਜ਼ ਦੀਆਂ ਤੇ ਚਲੋ ਗੱਲਾਂ ਸੀਗੀਆਂ ਜੀ। ਜਦੋਂ ਸਵਾਲ ਸਬਰੀਨਾ ਸਦੀਕੀ ਨੇ ਕੀਤਾ ਤੇ ਪ੍ਰਧਾਨ ਮੰਤਰੀ ਦੇ ਤੋਤੇ ਉੱਡ ਗਏ, ਉੱਥੇ ਤੇ ਕੋਈ ਜਵਾਬ ਬਹੁਤਾ ਆਇਆ ਨਹੀਂ। ਆਉਂਦਿਆਂ ਹੀ ਵਾਇਆ ਮਿਸਰ ਆ ਕੇ 2 ਦਿਨ ਉੱਥੇ ਚਲੋ ਰੋਟੀ ਪਾਣੀ ਖਾਧਾ, ਚਾਹ ਪਾਣੀ ਪੀਤਾ, ਗੱਲਾਂ ਕੀਤੀਆਂ, ਵਾਪਸ ਆ ਕੇ ਤੇ ਉਹ ਸੱਪ ਪਟਾਰੀ ਚੋਂ ਕੱਢ ਲਿਆ ਜਿਹਦੀ ਅਸੀਂ ਬੜੀ ਦੇਰ ਤੋਂ ਸੋਚ ਰਹੇ ਸੀ ਕਿ ਐਤਕੀ ਕੀ ਨਿਕਲੂ। ਉਹ ਨਿਕਲਿਆ ਯੂਨੀਫਾਰਮ ਸਿਵਲ ਕੋਡ। ਤੁਸੀਂ ਦੇਖੋ ਜਿਸ ਤੇਵਰਾਂ ਦੇ ਵਿੱਚ ਪ੍ਰਧਾਨ ਮੰਤਰੀ ਉਹ ਹੀ ਆਪਣੀ ਪੂਰੀ ਜ਼ਹਿਰੀਲੀ ਤੇ ਗੁੱਸੇ ਵਾਲੀ ਤੇ ਸਮਾਜ ਦੇ ਵਿੱਚ ਫਿਰਕੂ ਭਾਵਨਾ ਨੂੰ ਪ੍ਰਚੰਡ ਕਰਨ ਵਾਲੀ ਭਾਸ਼ਾ 'ਚ ਕਹਿ ਰਹੇ ਆ ਕਿ ਇੱਕ ਹੀ ਪਰਿਵਾਰ में 2 ਕਾਨੂੰਨ कैसे, परिवार कैसे चले? भाई कानून ते 2 नहीं है, कानून ते इक्को ही है, देश के अंदर इक्को ही है, संविधान चल रहा है देश के अंदर। तो वो जिहड़ा संविधान आ वो बड़ी लंबी मेहनत तो बाद सारे हितां नूं एक टकराव चों कढ के जो सर्बसहमति कॉन्स्टिट्यूएंट असैंबली दी बाबा भीमराव अंबेडकर जी की अगवाई च वो बनिया सारा, वो आपां सारे मानते हैं। ਉਹਦੇ 'ਚ ਉਹਨੂੰ ਮੁਸਲਮਾਨ ਮੰਨਦੇ ਆ, ਹਿੰਦੂ ਮੰਨਦੇ, ਸਿੱਖ, ਈਸਾਈ, ਜੈਨ ਸਾਰੇ ਪਾਰਸੀ ਮੰਨਦੇ, ਕ੍ਰਿਸਚੀਅਨ ਮੰਨਦੇ ਆ, ਔਰ ਉਸ ਨੂੰ
ਦੇਸ਼ ਪੂਰੇ ਦੇ ਵਿੱਚ ਅਲੱਗ-ਅਲੱਗ ਸੂਬੇ ਸਾਰੇ ਆਪਣਾ ਮੰਨਦੇ ਆ, ਉਹਦੇ 'ਚ ਕਿਸੇ ਨੂੰ ਕੋਈ ਵਿਰੋਧ ਨਹੀਂ। ਫਿਰ ਤੁਸੀਂ ਇਹ ਕਿੱਥੋਂ ਕਾਏ ਗੱਲ ਕਿ ਦੇਖੋ ਜੀ ਇੱਥੇ ਤੇ ਦੋ ਕਾਨੂੰਨ ਆ। ਕਾਨੂੰਨ ਦੋ ਨਹੀਂ ਹੈ, ਤੁਸੀਂ ਪੈਦਾ ਕਰਨਾ ਚਾਹੁੰਦੇ ਆਪਣੀ ਮਾਨਸਿਕਤਾ ਦੇ ਜ਼ੋਰ ਨਾਲ ਆਪਣੇ ਰਾਜਨੀਤਿਕ ਏਜੰਡੇ ਨੂੰ ਅੱਗੇ ਤੋਰਨ ਲਈ 2024 ਦੀਆਂ ਚੋਣਾਂ ਨੂੰ ਮੱਦੇ ਨਜ਼ਰ ਤੁਸੀਂ ਇੱਕ ਧਰੁਵੀਕਰਨ ਕਰਨਾ ਸ਼ੁਰੂ ਕਰ ਦਿੱਤਾ। ਉਹਦਾ ਆਉਂਦਿਆਂ ਹੀ ਆ ਕੇ ਇੱਥੇ ਬੀੜਾ ਚੁੱਕ ਲਿਆ ਪਰ ਉਹਨਾਂ ਨੇ ਤੇ ਨਾਲ ਬਾਕੀ ਸਾਰੇ। ਦੇਖੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਸਤਨਾਮ ਜੀ, ਇਹ ਜਿਹੜੇ ਸਾਡੇ ਸਿਵਲ ਕੋਡ ਹੁੰਦਾ ਆ ਜਿੱਥੇ ਅਲੱਗ-ਅਲੱਗ ਬਰਾਦਰੀਆਂ ਦੇ ਆਪਣੇ ਕਸਟਮਰੀ ਲਾ ਆ, ਉਹ ਪ੍ਰੋਪਰਟੀ ਇਨਹੈਰੀਟੈਂਸ ਦਾ ਆ, ਉਹ ਸਮਾਜ ਦਾ ਆ, ਉਹ ਸੱਭਿਆਚਾਰ ਦਾ ਹੈਗਾ, ਉਹਦੇ 'ਚ ਸਾਰਾ ਕੁਝ ਆ ਜਾਂਦਾ। ਆਪਣੀ ਕਿਸੇ ਵੀ ਸਮੁਦਾਇ ਨੇ, ਭਾਵੇਂ ਧਰਮ ਆ, ਭਾਵੇਂ ਉਹ ਕੋਈ ਆਦਿਵਾਸੀ ਆ, ਕੋਈ ਟ੍ਰਾਈਬ ਆ, ਕੋਈ ਐਥਨਿਕ ਗਰੁੱਪ ਆ, ਉਹਨਾਂ ਸਾਰਿਆਂ ਨੂੰ ਸਾਡੇ ਸੰਵਿਧਾਨ ਨੇ ਆਪਣੇ ਅਕੀਦੇ ਮੁਤਾਬਕ ਫੰਡਾਮੈਂਟਲ ਰਾਈਟਸ ਵਿੱਚ ਜਿਹੜੇ ਸਾਡੇ ਆਰਟੀਕਲ ਪਾਰਟ 3 ਹੈ ਜਿਹੜਾ ਸੰਵਿਧਾਨ ਦਾ, ਉਹਦਾ ਆਰਟੀਕਲ 25, 26, 27, 28 ਤੁਸੀਂ ਵੀ ਦੇਖ ਲਿਆ ਹੋਣਾ ਕਿ ਉਹਦੇ 'ਚ ਉਹਨਾਂ ਨੇ ਹਰ ਇੱਕ ਨੂੰ ਆਪੋ ਆਪਣੇ ਧਰਮ ਨੂੰ ਆਪਣੇ ਢੰਗ ਦੇ ਨਾਲ ਦੂਜੇ ਧਰਮ ਨੂੰ ਨਹੀਂ ਛੇੜਨਾ, ਨਾ ਕੋਈ ਹੋਰ ਇੱਧਰ ਉੱਧਰ ਦਾ ਕਿਸੇ ਦੀ ਸਿਵਲ ਲਿਬਰਟੀ ਨਾਲ ਕਨਫਲਿਕਟ ਨਹੀਂ ਹੋਣਾ ਚਾਹੀਦਾ, ਪਰ ਤੁਹਾਨੂੰ ਆਪਣੇ ਧਰਮ ਨੂੰ ਪ੍ਰੋਪੇਗੇਟ ਕਰਨ ਲਈ, ਉਹਨੂੰ ਮੰਨਣ ਲਈ, ਉਹਦੇ ਅਕੀਦੇ ਨੂੰ ਮੰਨਣ ਲਈ ਪੂਰਾ ਤੁਹਾਡਾ ਫੰਡਾਮੈਂਟਲ ਮੁੱਢਲਾ ਅਧਿਕਾਰ ਹੈ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਜੀ। ਪ੍ਰਧਾਨ ਮੰਤਰੀ ਕਿੱਧਰ ਨੂੰ ਗਏ? ਉਸ ਪਾਸੇ ਨਹੀਂ ਗਏ, ਕਿਉਂਕਿ ਰਾਜਨੀਤੀ ਕਰਨੀ ਆ, ਧਰੁਵੀਕਰਨ ਕਰਨੀ ਆ, ਔਰ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਜਾਂ ਘੱਟ ਗਿਣਤੀਆਂ ਨੂੰ ਟਾਰਗੇਟ ਕਰਕੇ, ਆਦਿ ਨੂੰ ਟਾਰਗੇਟ ਕਰਕੇ ਇੱਕ ਸਮੁਦਾਇ ਦੀਆਂ ਵੋਟਾਂ ਨੂੰ ਲੈਣ ਦੀ ਕੋਸ਼ਿਸ਼ ਕਰ ਉਹ ਗਏ। ਜਿਹੜੇ ਸਟੇਟ ਦੇ ਡਾਇਰੈਕਟਿਵ ਪ੍ਰਿੰਸੀਪਲ ਆ ਉਹ ਕਲਾਸ ਜਿਹੜੀ ਆਰਟੀਕਲ 44 ਦੇ, ਹੁਣ ਜਿਹੜੇ ਕਲਾਸ 44 ਹੈ ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਸਟੇਟ ਇਹ ਕਰੂਗੀ ਕਿ ਜਿਹੜੇ ਅਲੱਗ-ਅਲੱਗ ਵਖਰੇਵੇਂ ਆ ਕਿਸੇ ਕਿਸਮ ਦੇ, ਉਸ ਨੂੰ ਇੱਕ ਜਗ੍ਹਾ ਲਿਆ ਕੇ ਯੂਨੀਫਾਰਮ ਸਿਵਲ ਕੋਡ ਬਣਾਉਣ ਦੀ ਕੋਸ਼ਿਸ਼ ਕਰੋ। ਹੁਣ ਇਹ ਗੱਲ ਉੱਥੇ ਇਹ ਤੁਹਾਡਾ ਹੱਕ ਨਹੀਂ ਹੈ, ਉਹ ਇੱਕ ਡਾਇਰੈਕਸ਼ਨ ਹੈ ਕਿ ਜਿੱਧਰ ਨੂੰ ਜਾਣਾ, ਪਰ ਤੁਸੀਂ ਨਹੀਂ ਆ। ਕੀ ਤੁਸੀਂ ਦੇਸ਼ ਦੇ ਵਿੱਚ ਕੋਈ ਅਫਰਾ ਤਫਰੀ ਪਾਉਣੀ ਆ ਜਾਂ ਦੇਸ਼ ਦੇ ਇਹੋ ਜਿਹਾ ਲਾਂਬੂ ਲਾਉਣੇ ਆ? ਅਸੀਂ ਤੇ ਪਹਿਲਾਂ ਹੀ ਬਥੇਰੇ 1947 ਚ ਭੁਗਤ ਚੁੱਕੇ ਹਾਂ। ਕੀ ਹੁਣ ਇਹੋ ਜਿਹਾ ਕੁਝ ਕਰਨਾ ਜਿਹਦੇ ਵਿੱਚ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋਣ ਜਾਂ ਕੋਈ ਭੜਕਾ ਹੋਏ? ਇਹ ਤਾਂ ਨਹੀਂ ਕਰ ਸਕਦੇ ਨਾ ਤੁਸੀਂ। ਉਹਨਾਂ ਦੇ ਨਾਲ ਸਹਿਮਤੀ ਨਾਲ ਜੋ ਵੀ ਕਰਨਾ ਉਹ ਕਰ ਸਕਦੇ। ਵੈਸੇ ਮੈਂ ਤੁਹਾਨੂੰ ਦੱਸ ਦਿਆਂ, ਇਹ ਗੱਲਾਂ ਅੰਗਰੇਜ਼ਾਂ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਆਦਿਵਾਸੀਆਂ ਨੇ ਇੱਜ਼ਤ ਕੀਤੀ ਸੀ ਕਿ ਉਹਨਾਂ ਨੂੰ ਫਿਰ ਉਹਨਾਂ ਦੇ ਹੀ ਅਧਿਕਾਰਾਂ ਦੇ ਮੁਤਾਬਕ ਜੀਣ ਦਿੱਤਾ ਗਿਆ, ਨਹੀਂ ਤੇ ਉਹ ਸ਼ਾਇਦ ਪਹਿਲਾਂ ਹੀ ਅੰਗਰੇਜ਼ਾਂ ਦੀ ਫੱਟੀ ਆਦਿਵਾਸੀਆਂ ਨੇ ਪੁੱਛਦੇ ਬਿਰਸਾ ਮੁੰਡਾ ਦੀ 125 ਸਾਲ ਪੁਰਾਣੀ ਵੱਡੀ ਮੂਵਮੈਂਟ ਨੂੰ ਜਾਣਦੇ ਜੀ। ਤਰੀਕੇ ਨਾਲ ਪ੍ਰਧਾਨ ਮੰਤਰੀ ਨਹਿਰੂ ਨੇ ਕੋਸ਼ਿਸ਼ ਕੀਤੀ ਉਦੋਂ, ਚਲੋ ਯਾਰ ਪਟੋ ਬਾਕੀ ਧਰਮਾਂ ਨੂੰ ਤੇ ਸਭ ਨੂੰ ਆਪੋ ਆਪਣੀ ਪ੍ਰੈਕਟਿਸ ਕਰਦੀ, ਪਰ ਜਿਹੜੇ ਹਿੰਦੂ ਧਰਮ ਦੇ ਛੋਟੇ ਕਈ ਸੈਕਟ ਬਣ ਗਏ, ਕੋਈ ਕੁਛ, ਉਹ ਇੰਨਾ ਖਿਲ ਰਿਹਾ ਫਿਰਦਾ, ਪਰ ਆਪਾਂ ਆਪਣਾ ਘਰ ਕਰ ਲਈਏ। ਉਹਨਾਂ ਨੇ 55 ਤੋਂ ਲੈ ਕੇ 58 ਤੱਕ ਕੋਡ ਹਿੰਦੂ ਕੋਡ ਬਣਾਏ, ਹਿੰਦੂ ਕੋਡ ਐਕਟ ਬਣਾਏ। ਉਹਦੇ ਵਿੱਚ ਪ੍ਰੋਪਰਟੀ ਇਨਹੈਰੀਟੈਂਸ ਦਾ, ਮੈਰਿਜ ਦਾ, ਹੋਰਨਾਂ ਦਾ, ਸਾਂਭ ਸੰਭਾਈਆ ਦਾ, ਜਿਹੜਾ ਉੱਥੇ ਉਹਨਾਂ ਨੇ ਸਾਰੇ 80% ਹਿੰਦੂਆਂ ਨੂੰ, ਹਾਲਾਂਕਿ ਉਦੋਂ ਵੀ ਰਜਿਸਟ੍ਰੇਸ਼ਨ ਸੀਗੀ, ਉਦੋਂ ਵੀ ਵਿਰੋਧਤਾ ਸੀ, ਉਦੋਂ ਵੀ ਰੋਸ ਸੀਗਾ, ਪਰ ਉਹਦੇ ਬਾਵਜੂਦ ਧੱਕੇ ਨੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਦੇਸ਼ ਦੇ ਵਿੱਚ ਕੋਈ ਇਕੱਠੇ ਹੋਣਾ, ਹਿੰਦੂਆਂ ਨੇ ਇਕੱਠੇ ਹੋਣਾ, ਤੇ ਉਹਨਾਂ ਦਾ ਇੱਕ ਸਾਂਝਾ ਕੋਡ ਹੋਣਾ ਜ਼ਰੂਰੀ ਹੈ। ਪਰ ਹੁਣ ਤੁਸੀਂ ਇਹੀ ਗੱਲ ਦੂਜੇ ਧਰਮਾਂ ਤੇ ਮੈਜੋਰਿਟੀ ਧਰਮਾਂ ਤੇ ਨਹੀਂ ਲਾਓਗੇ, ਉਹ ਤੇ ਸੰਵਿਧਾਨ ਦੇ ਵੀ ਵਿਰੋਧ ਆ, ਤੁਹਾਡੇ ਮੁੱਢਲੇ ਅਧਿਕਾਰਾਂ ਦੇ ਵੀ ਵਿਰੋਧ ਆ। ਇਹ ਸਾਰਾ ਸਤਨਾਮ ਰੌਲਾ ਰੱਪਾ ਪਿਆ ਹੋਇਆ ਦੇਸ਼ ਦੇ ਅੰਦਰ ਜੀ। ਸਾਡੀ ਬੇਨਤੀ ਪ੍ਰਧਾਨ ਮੰਤਰੀ ਹੁਣਾਂ ਨੂੰ ਇਹ ਹੈ ਕਿ ਤੁਸੀਂ ਕਰਨਾਟਕਾ 'ਚ ਮੂੰਹ ਦੀ ਖਾਧੀ ਹੈ, ਉੱਥੇ ਇਸੇ ਕਿਸਮ ਦਾ ਧਰੁਵੀਕਰਨ ਦਾ ਕੋਸ਼ਿਸ਼ ਕੀਤੀ। ਉੱਥੇ ਤੁਸੀਂ ਟੀਪੂ ਸੁਲਤਾਨ ਦਾ ਮੁੱਦਾ ਲੈਣ ਦਾ, ਬੱਚਿਆਂ ਦਾ ਹਿਜਾਬ ਪਹਿਨਣ ਦਾ, ਸਟੂਡੈਂਟਸ ਦਾ ਪਹਿਨਣ ਦਾ ਮੁੱਦਾ ਲੈਣ ਦਾ, ਇੱਥੋਂ ਤੱਕ ਕਿ ਮੰਦਿਰਾਂ ਦੇ ਬਾਹਰ ਹਿੰਦੂ ਜਿਹੜੇ ਉਹ ਹਿੰਦੂ ਦੁਕਾਨਾਂ ਤੋਂ ਚੀਜ਼ਾਂ ਖਰੀਦਣ, ਮੁਸਲਮਾਨਾਂ ਤੋਂ ਚੀਜ਼ਾਂ ਨਾ ਖਰੀਦਣ। ਕਿੰਨੀਆਂ ਘਟੀਆ ਕਮੀਨੀਆਂ ਤੇ ਇੱਕ ਏਡੀ ਵੱਡੀ ਡੈਮੋਕ੍ਰੇਸੀ ਜਿਹਦਾ ਬਾਹਰ
ਪ੍ਰਚਾਰ ਤੇ ਰੋਪ ਪਾਉਂਦੇ ਆ ਪ੍ਰਧਾਨ ਮੰਤਰੀ, ਤੇ ਆਪਣੇ ਬੰਦਿਆਂ ਨੂੰ, ਪਾਰਟੀ ਦੇ ਬੰਦਿਆਂ ਨੂੰ ਇਹਨਾਂ ਗੱਲਾਂ ਤੋਂ ਰੋਕ ਨਹੀਂ ਪਾਉਂਦੇ ਕਿ ਇਹ ਜਿਹੜੀ ਧਰੂਵੀਕਰਨ ਦੀਆਂ ਨਫ਼ਰਤੀ ਗੱਲਾਂ ਇਹ ਬੰਦ ਹੋਣੀਆਂ ਚਾਹੀਦੀਆਂ। ਉੱਥੇ ਹਾਰ ਖਾਣ ਤੋਂ ਬਾਅਦ ਵੀ ਸਤਨਾਮ ਜੀ ਇਹ ਸਿੱਖ ਨਹੀਂ ਰਹੇ, ਇਹਨਾਂ ਨੂੰ ਸਿੱਖਣਾ ਚਾਹੀਦਾ ਸੀ। ਮੇਰੀ ਤੇ ਇੰਨੀ ਬੇਨਤੀ ਹੈ ਜੀ। ਮੇਰਾ ਸਵਾਲ ਹੈ ਜੀ ਇੱਥੇ ਪ੍ਰੋਫੈਸਰ ਸਾਹਿਬ, ਅਸੀਂ ਪਹਿਲਾਂ ਦੇਖਦੇ ਸੀਗੇ ਕਿ ਪ੍ਰਧਾਨ ਮੰਤਰੀ ਕਿਸੇ ਵਿਦੇਸ਼ ਦੌਰੇ ਤੇ ਜਾਂਦੇ ਸੀ ਪਹਿਲਾਂ ਵਾਲੇ, ਤਾਂ ਉਹ ਆ ਕੇ ਦੱਸਦੇ ਸੀ ਕਿ ਸਾਡੇ ਵਿੱਚ ਇਹ ਮੁਲਾਕਾਤ ਹੋਈ, ਅਸੀਂ ਇਹ ਪ੍ਰੋਜੈਕਟ ਉਹਨਾਂ ਨਾਲ ਸਾਂਝਾ ਕੀਤਾ, ਸਾਡੇ ਦੇਸ਼ 'ਚ ਇਹ ਨਿਵੇਸ਼ ਹੋਏਗਾ, ਜਾਂ ਅਸੀਂ ਕਿਵੇਂ ਗਤੀਸ਼ੀਲ ਅੱਗੇ ਵੱਧ ਸਕਦੇ ਹਾਂ। ਤਾਂ ਇੱਧਰ ਜਿਹੜੇ ਸਾਡੇ ਪ੍ਰਧਾਨ ਮੰਤਰੀ ਹੁਣ ਜਿਹੜੇ ਮੋਦੀ ਜੀ ਵਾਪਸ ਪਰਤੇ ਨੇ, ਤਾਂ ਇਹਨਾਂ ਨੇ ਨਵਾਂ ਚਰਚਾਵਾਂ ਛੇੜ ਦਿੱਤੀਆਂ, ਜਿੱਥੇ ਇੱਕ ਪਾਸੇ ਵਾਈਟ ਹਾਊਸ ਜਿੱਥੇ ਕਿ ਦੁਨੀਆ ਭਰ ਦੀ ਨਜ਼ਰ ਹੁੰਦੀ ਆ, ਉੱਥੇ ਸਵਾਲ ਪੁੱਛਿਆ ਜਾ ਰਿਹਾ ਕਿ ਦੇਸ਼ ਦਾ ਤੁਹਾਡੇ ਦਾ ਆਹ ਹਾਲਾਤ ਨੇ। ਕਿਉਂਕਿ ਜੇਕਰ ਕੋਈ ਸਵਾਲ ਪੁੱਛਦਾ ਹੈ ਤਾਂ ਉਹ ਅਸਲ ਵਿੱਚ ਕਿਤੇ ਨਾ ਕਿਤੇ ਜਿਹੜਾ ਹਾਲਾਤਾਂ ਨੂੰ ਬਿਆਨ ਕਰਦਾ ਹੈ। ਉਸ ਪੱਤਰਕਾਰ ਨੇ ਜਿਹੜੇ ਹਾਲਾਤ ਬਿਆਨ ਕਰ ਦਿੱਤੇ, ਉਸ ਤੇ ਆ ਕੇ ਗੱਲ ਕਰਨੀ ਚਾਹੀਦੀ ਸੀ ਕਿ ਭਾਈ ਅਸੀਂ ਦੁਨੀਆ ਭਰ ਵਿੱਚ ਅੱਜ ਇੰਨੇ ਕੁ ਬਦਨਾਮ ਹੋ ਗਏ ਆ ਕਿ ਵਾਈਟ ਹਾਊਸ ਤੋਂ ਸਾਨੂੰ ਅਜਿਹੇ ਸਵਾਲ ਪੁੱਛੇ ਜਾਣ ਲੱਗੇ ਆ, ਜਿੱਥੇ ਕਿ ਗੱਲ ਇਹ ਹੋਣੀ ਸੀ ਕਿ ਕਿੰਨਾ ਕੁ ਤੁਹਾਡਾ ਇੱਥੇ ਸਾਂਝੀ ਵਾਲਤਾ ਹੋਈ ਹੈ, ਕਿਹੜੇ ਉਸ ਤੇ ਜਿਹੜੇ ਆ ਸਾਂਝੀ ਵਾਲਤਾ ਨੂੰ ਲੈ ਕੇ ਅੱਗੇ ਕਦਮ ਚੁੱਕੇ ਗਏ ਆ। ਪ੍ਰੋਫੈਸਰ ਸਾਹਿਬ ਕਿਵੇਂ ਦੇਖਦੇ ਹੋ, ਕੀ ਆਈਡੀਓਲੋਜੀ ਆ ਜ਼ਿਆਦਾਤਰ ਕੇਂਦਰ ਸਰਕਾਰ ਦੀ ਜਾਂ ਭਾਜਪਾ ਪਾਰਟੀ ਦੀ, ਕਿ ਆਖਰਕਾਰ ਆਨਸਾਰ ਉਹਨਾਂ ਨੇ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ? ਜੀ ਨਹੀਂ ਸਤਨਾਮ ਜੀ, ਦੇਖੋ ਜਿਹੜਾ ਉਹਨੇ ਸ਼ੰਕਾ ਸਬਰੀਨਾ ਸਦੀਕੀ ਨੇ ਕੀਤਾ, ਉਸ ਜਰਨਲਿਸਟ ਨੇ, ਮੈਡਮ ਨੇ, ਉਹ ਤੇ ਵੀ ਇਹਨਾਂ ਨੇ ਬਤਾ ਆ ਕੇ ਜਿਹੜੇ ਕੰਮ ਤੋਂ ਰੁਕਿਆ ਹੋਈ, ਤੇ ਉਹਦਾ ਸਵਾਲ ਤੇ ਉਹਦਾ ਬਿਲਕੁਲ ਵਾਜਬ ਤੇ ਹੋਰ ਉਹਨਾਂ ਨੇ ਪੱਕਾ ਕਰਤਾ ਵੀ ਹਾਂ ਸਵਾਲ ਇਰਰੈਲੇਵੈਂਟ ਨਹੀਂ ਸੀਗਾ। ਦੂਸਰੀ ਗੱਲ ਕੀ ਕੀਤੀ ਕਿ ਇਹ ਤੇ ਚਾਹੁੰਦੇ ਸੀ ਕੁੱਪਾ ਉਡਾਉਣਾ, ਵੱਡਾ ਗਬਾਰਾ ਉਡਾਉਣਾ ਪ੍ਰਧਾਨ ਮੰਤਰੀ ਦਾ, ਬੱਲੇ ਬੱਲੇ ਬੱਲੇ। ਉਹ ਤੁਹਾਨੂੰ ਪਤਾ ਮੀਡੀਆ ਦੇ ਵਿੱਚ ਉਹਦੀ ਬਰਾਬਰੀ ਨੈਲਸਨ ਮੰਡੇਲਾ ਨਾਲ ਕਰ ਦਿੱਤੀ ਵੀ ਇੰਝ ਕੀਤਾ। ਉਹਨਾਂ ਨੇ ਇੱਕ ਵਾਰੀ ਐਡਰੈਸ ਕੀਤਾ ਸੀ, ਉਹਦੇ ਬਾਅਦ ਪ੍ਰਧਾਨ ਮੰਤਰੀ ਫਿਰ ਵਿੰਸਟਨ ਚਰਚਿਲ ਦਾ, ਜਿਹੜੇ ਤੁਹਾਨੂੰ ਪਤਾ ਸੈਕੰਡ ਵਰਲਡ ਵਾਰ ਦੇ ਵਿੱਚ ਅਹਿਮ ਭੂਮਿਕਾ ਸੀ, ਉਹਨਾਂ ਦੀ ਇਹ ਕਰ ਦਿੱਤੀ, ਜਿਹੜੇ ਉਦੋਂ ਉਹਨਾਂ ਨਾਲ ਕੰਪੇਅਰ ਕਰਦਾ। ਜਾਣੀ ਜਿਹੜੇ ਇੱਥੇ ਢਿੰਡੋਰ ਜੀ ਮੀਡੀਆ, ਭਾਵੇਂ ਸੋਸ਼ਲ ਮੀਡੀਆ ਹੋਵੇ ਭਾਵੇਂ ਰੈਗੂਲਰ ਮੀਡੀਆ, ਉਹ ਤੇ ਪ੍ਰਧਾਨ ਮੰਤਰੀ ਦਾ ਗੁੱਡਾ ਉਡਾਉਣ ਲੱਗੇ ਸੀ, ਗਬਾਰਾ ਹਵਾ ਭਰ ਲੱਗੇ ਸੀ। ਉਹਨੇ ਇੱਕੋ ਸਵਾਲ ਦੇ ਨਾਲ ਪੜਾਕਾ ਪਾ ਦਿੱਤਾ। ਤੇ ਇਹਨਾਂ ਨੇ ਅੱਗੇ ਕੀਤਾ ਕੀ, ਉਹ ਦੇਖੋ, ਇਹਨਾਂ ਨੇ ਆਪਣਾ ਮੀਡੀਆ ਵਾਲੇ ਪਿੱਛੇ ਪਾਤੇ ਉਹਦੇ ਸਬਰੀਨਾ ਦੇ, ਉਹਨੂੰ ਟ੍ਰੋਲ ਹੋਣ ਲੱਗਾ, ਉਹਦੇ ਨਾਲ ਬੜੀਆਂ ਉਹੋ ਜਿਹੀਆਂ ਇੰਨੀਆਂ ਵੱਡੇ ਪੱਧਰ ਤੇ ਮੇਲਾਂ ਪਾਈਆਂ, ਚੰਗਾ ਮਾੜਾ ਬੋਲ ਕੇ। ਇਸ ਗੱਲ ਦੀ ਸ਼ਿਕਾਇਤ ਵਾਈਟ ਹਾਊਸ ਦੇ ਵਿੱਚ ਗਈ, ਉੱਥੋਂ ਦੇ ਜਰਨਲਿਸਟਾਂ ਨੇ ਕੀਤਾ ਵੀ ਐਸ ਕਰਕੇ ਸਾਨੂੰ ਬੁਲਾਉਂਦੇ ਆ, ਜੁੱਤੀਆਂ ਖਾਣ ਲਈ ਬੁਲਾਉਂਦੇ ਆ। ਤੇ ਵਾਈਟ ਹਾਊਸ ਤੋਂ ਦੁਬਾਰਾ ਸਟੇਟਮੈਂਟ ਜਾਰੀ ਹੋਈ ਕਿ ਬੰਦ ਕਰੋ, ਇਹ ਤੁਸੀਂ ਕੀ ਕਰ ਰਹੇ ਆ ਜੀ। ਇਹਨਾਂ ਨੂੰ ਦੁਰਲਾਂਤ ਪਾਈ ਹੈ ਇਸ ਗੱਲ ਤੇ ਸਾਰੀ ਮੀਡੀਆ ਨੇ ਇਹ ਗੱਲ ਫਰੰਟ ਪੇਜ ਕਿ ਇੱਥੇ ਸਬਰੀਨਾ ਦੇ ਨਾਲ, ਸਦੀਕੀ ਦੇ ਨਾਲ ਸਵਾਲ ਪੁੱਛਣ ਤੇ ਅੱਗਿਓਂ ਇੱਥੋਂ ਦਾ ਬੀਜੇਪੀ ਦਾ ਜਾਂ ਤੁਸੀਂ ਸਾਡੀ ਸਰਕਾਰ ਦਾ, ਗਵਰਨਮੈਂਟ ਦਾ ਜਿਹੜਾ ਮੀਡੀਆ ਸਪਾਂਸਰਡ ਜਾਂ ਉਹਨਾਂ ਵੱਲੋਂ ਸਪੋਰਟਡ ਮੀਡੀਆ, ਉਹ ਕੀ ਕੁਝ ਕਰ ਰਿਹਾ ਹੈ। ਦੂਜੇ ਪਾਸੇ ਸਾਊਥ ਏਸ਼ੀਅਨ ਜਰਨਲਿਸਟ ਐਸੋਸੀਏਸ਼ਨ ਨੇ ਵੀ ਆਪਣੇ ਅਫੀਸ਼ੀਅਲੀ, ਉਸ ਐਸੋਸੀਏਸ਼ਨ ਨੇ ਇਸ ਗੱਲ ਦੀ ਸਬਰੀਨਾ ਦੇ ਪਿੱਛੇ ਜਿਹੜਾ ਮੀਡੀਆ ਪਾਇਆ ਉਹਨੂੰ ਬੁਰਾ ਭਲਾ ਕਹਿਣ ਲਈ ਉਹਦੀ ਭਰਸਨਾ ਕੀਤੀ ਹੈ। ਸਾਰਾ ਮੀਡੀਆ ਚ ਆ ਗਿਆ। ਇਸ ਪਾਸੇ ਸਾਡੀ ਇੰਨੀ ਬਦਨਾਮੀ ਹੋ ਰਹੀ ਹੈ, ਅਸੀਂ ਉਹਦੇ ਤੋਂ ਪਿੱਛੇ ਹਟਣ ਦੀ ਜਗ੍ਹਾ ਆਪਾਂ ਕੋਈ ਚੰਗਾ ਪ੍ਰੂਫ ਦੇਣ ਦੀ ਕਿ ਨਹੀਂ ਅਸੀਂ ਸੈਕੂਲਰ ਹਾਂ, ਸਾਡਾ ਕੋਈ ਇਹੋ ਜਿਹਾ ਏਜੰਡਾ ਨਹੀਂ ਕਿ ਅਸੀਂ ਘੱਟ ਗਿਣਤੀਆਂ ਨੂੰ ਤੰਗ ਕਰਕੇ ਬਹੁ ਗਿਣਤੀ ਦੀਆਂ ਵੋਟਾਂ ਨੂੰ ਬਟੋਰਨਾ ਚਾਹੁੰਦੇ ਹਾਂ। ਉਲਟਾ ਉਸੇ ਪਾਸੇ ਨੂੰ ਚੱਲ ਗਏ, ਸਗੋਂ ਐਨ ਕਰ ਲਿਆ ਵੀ ਕਰ ਲਓ ਜੋ ਕਰਨਾ, ਅਸੀਂ ਤੇ ਇਹੋ ਹੀ ਕੁਝ ਕਰਾਂਗੇ। ਇਹੀ ਹੋ ਗਈ ਨਾ ਗੱਲ। ਫਿਰ ਦੂਜੇ ਪਾਸੇ ਇੱਕ ਗੱਲ ਮੈਨੂੰ ਹੋਰ ਹੈਰਾਨ ਆ, ਤੁਸੀਂ ਵੀ ਜੇ ਮੈਂ ਗਲਤ ਹੋਵਾਂ ਤੇ ਠੀਕ ਕਰ ਦਿਓ ਸਤਨਾਮ ਜੀ, ਜਿਹੜੀ ਸਾਡੀ ਆਮ ਆਦਮੀ ਪਾਰਟੀ ਹੈ, ਇਹਨਾਂ ਦਾ ਹੀ ਨਹੀਂ ਸਾਨੂੰ ਪਤਾ ਲੱਗਦਾ। ਸਾਨੂੰ ਤੇ ਪਤਾ ਹੈਗਾ ਪਰ ਜਨਤਾ ਨੂੰ ਕਈ ਵਾਰੀ ਭੁਲੇਖਾ ਹੁੰਦਾ। ਇਹਨਾਂ ਨੇ ਮੋਦੀ ਜੀ ਨਾਲੋਂ ਵੀ ਪੰਜਾਬ ਦੇ ਵਿੱਚ ਪਹਿਲਾਂ ਹੀ ਉਹ ਏਜੰਡਾ ਖੜਾ ਕਰਤਾ। ਤੁਸੀਂ 7 ਗਰੰਟੀਆਂ ਦਿੱਤੀਆਂ ਸੀ, ਉਹਦੀ ਗੱਲ ਕਰੋ। ਤੁਹਾਡੇ ਕੋਲ ਪੈਸਾ ਨਹੀਂ ਆ, ਕਿਉਂ ਪੈਸਾ ਨਹੀਂ ਆਇਆ ਰਿਵਿਊ ਕਰੋ ਬਈ। ਰੈਵਨਿਊ ਖਜ਼ਾਨਾ ਖਾਲੀ ਕਿਉਂ ਆ? ਤੁਸੀਂ ਭੱਜ ਕੇ ਮਿੰਤਾਂ ਤਰਲੇ ਕਰ ਰਹੇ ਆ ਕੇਂਦਰ ਦੀਆਂ, ਆਹ ਦੇ ਦਿਓ। ਦੇਣਾ ਚਾਹੀਦਾ ਕੇਂਦਰ ਨੂੰ ਪੈਸਾ, ਸਾਡਾ ਪਿੰਡ RDF ਦਾ ਪੈਸਾ ਵੀ ਮਿਲਣਾ, ਪਿੰਡੂ ਵਿਕਾਸ ਫੰਡ ਵੀ ਮਿਲਣਾ ਚਾਹੀਦਾ ਆ, ਸਾਡਾ GST ਦਾ ਡਿਊ ਆ 5000 ਕਰੋੜ ਮਿਲਣਾ ਚਾਹੀਦਾ। ਉਹਦੇ ਲਈ ਚੱਲੋ ਤੇ ਅਸੀਂ ਤੁਹਾਡੇ ਨਾਲ ਮੁਜ਼ਾਹਰਾ ਕਰਦੇ ਹਾਂ ਭਗਵੰਤ ਮਾਨ ਦੀ ਅਗਵਾਈ। ਅਸੀਂ ਜੇ ਦਿੱਲੀ ਸਰਕਾਰ ਘੇਰਨੀ ਆ ਘੇਰ, ਪਰ ਤੁਸੀਂ ਇੱਥੇ ਪੰਗਾ ਕਿਉਂ ਲਿਆ ਧਰਮ ਦੇ ਨਾਲ? ਮੱਥਾ ਲਾ ਕੇ ਕਾਨੂੰਨ ਲਿਆ ਕੇ
ਕਿ ਅਸੀਂ ਐਸਜੀਪੀਸੀ ਐਕਟ ਦਾ ਇੱਥੇ ਪੰਜਾਬ ਵੱਲੋਂ ਉਹਦਾ ਬਦਲਾਂਗੇ, ਉਸ ਨੂੰ ਬਦਲ ਕੇ, ਜਾਨੀ ਜੋ ਕੰਮ ਪ੍ਰਧਾਨ ਮੰਤਰੀ ਆਲ ਇੰਡੀਆ ਲੈਵਲ ਤੇ ਕਰ ਰਿਹਾ, ਇਹਨਾਂ ਨੇ ਐਸਜੀਪੀਸੀ ਨਾਲ ਪੰਗਾ ਲੈ ਕੇ ਸਾਰੇ ਪੰਜਾਬ 'ਚ ਇੱਕ ਨਵਾਂ ਮੋਰਚਾ ਖੋਲਤਾ। ਹੈਰਾਨੀ ਦੀ ਗੱਲ ਇਹ ਆ, ਅਸੀਂ ਤਾਂ ਬੜੀ ਦੇਰ ਤੇ ਕਹਿ ਰਹੇ ਸੀ ਕਿ ਇਹ ਜੀ ਇਕੱਠੇ ਹੀ ਆ, ਦੋਵੇਂ ਜੋੜੇ ਭਰਾ ਆ, ਐਵੇਂ ਅਲੱਗ-ਅਲੱਗ ਪਾਰਟੀਆਂ ਦੱਸਦੇ ਆ। ਜਿਉਂ ਹੀ ਪ੍ਰਧਾਨ मंत्री ने कहा कि एक देश में दो कानून नहीं चल सकते, एक ही परिवार में कैसे दो कानून चलेंगे, भाई ऐसे नहीं चलेगा, यूसीसी होगा, यूनिफॉर्म सिविल कोड, सब पर एक ही हम कानून लागू करेंगे। जो ही किया ते नाल ही आम आदमी पार्टी ने चला के ठीक है जी, बहुत चंगी गल, ताड़ियां ताड़ियां, पता लग गया हुण ते लोकां नूं। हुण ते जदों ਅਸੀਂ बार-बार ਕਹਿੰਦੇ ਸੀ ਕਿ ਦੋਵਾਂ ਦੀ ਜੈਨੇਸਿਸ ਆ, ਉਹ ਤੇ ਹੁਣ ਸਾਫ਼ ਹੋ ਗਿਆ ਕਿ ਅਜੇ ਵੀ ਕੋਈ ਹੈਗਾ, ਅਜੇ ਕੋਈ ਕਿਸੇ ਨੂੰ ਸ਼ੱਕ ਸੁਭਾ ਹੈਗਾ। ਇਸ ਲਈ ਇਹ ਜਿਹੜੇ ਦੋਹੇ ਹੀ ਪਾਰਟੀਆਂ ਆ, ਬੜੇ ਅਫਸੋਸ ਦੀ ਗੱਲ ਆ ਕਿ ਇਹ ਉਸ ਰਾਜਨੀਤੀ ਤੇ ਚੱਲੀਆਂ ਜਿਹੜੀਆਂ ਧਰਮ ਦੇ ਆਧਾਰ ਦੇ ਉੱਤੇ ਵੋਟਾਂ ਬਟੋਰਨ ਲਈ ਤੇ ਵਿਕਾਸ ਦੇ ਮੁੱਦਿਆਂ ਤੋਂ ਇੱਕ ਪਾਸੇ ਹਟ ਕੇ ਗਰੀਬਾਂ ਦੇ, ਕਿਸਾਨਾਂ ਦੇ, ਬੇਰੁਜ਼ਗਾਰ ਨੌਜਵਾਨਾਂ ਦੇ, ਸਿਹਤ ਦੇ, ਸਿੱਖਿਆ ਦੇ ਸਾਰੇ ਮੁੱਦਿਆਂ ਨੂੰ ਇੱਕ ਪਾਸੇ ਰੱਖ ਕੇ ਤੇ ਲੋਕਾਂ ਨੂੰ ਇਸ ਕਿਸਮ ਦੇ ਜਸਾ ਕੇ ਵੋਟ ਬਟੋਰਨ ਦੀ ਇਹ ਬਹੁਤ ਖਤਰਨਾਕ ਰਾਜਨੀਤੀ ਤੇ ਉਤਰਾਈਆਂ। ਪਰ ਮੈਂ ਫਿਰ ਇੱਕ ਵਾਰੀ ਦੱਸ ਦਿਆਂ ਸਤਨਾਮ, ਇਹ ਗੱਲ ਪੱਕੀ ਹੈ ਕਿ ਜਿਵੇਂ ਮੂੰਹ ਦੀ ਖਾਣੀ ਪਈ ਕਰਨਾਟਕਾ 'ਚ ਕੇਂਦਰੀ ਸਰਕਾਰ ਨੂੰ ਜਾਂ ਬੀਜੇਪੀ ਨੂੰ, ਉਹਦੇ ਨਾਲ ਵੱਧ ਇਸ ਗੱਲ ਦੀ ਕੀਮਤ ਉਤਾਰਨੀ ਪਊਗੀ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਪਾਰਟੀ ਨੂੰ, ਜਿਸ ਢੰਗ ਦੇ ਨਾਲ ਉਹ ਕਰ ਪੂਰੇ ਦੇਸ਼ 'ਚ 2024 ਚੋਣਾਂ 'ਚ ਤੁਸੀਂ ਦੇਖ ਲਿਓ। ਜਿਹੜੀਆਂ ਵਿਰੋਧੀ ਪਾਰਟੀਆਂ, ਉਹ ਕੋਈ ਸਿੱਖ ਪਾਰਟੀਆਂ ਆ, ਕੋਈ ਮੁਸਲਿਮ ਪਾਰਟੀਆਂ ਆ, ਉਹ ਵੀ ਤੇ ਹਿੰਦੂ ਪਾਰਟੀਆਂ ਆ ਜੀ। ਉਹ ਨਹੀਂ ਚਾਹੁੰਦੇ ਨੂੰ ਦੇਸ਼ ਦੇ ਏਜੰਡੇ ਨੂੰ, ਰਾਜਨੀਤੀ ਨੂੰ ਇਸ ਪਾਸੇ ਨੂੰ ਲਿਜਾਇਆ ਜਾਏ। ਦੇਸ਼ ਇੱਕ ਵਾਰੀ ਬਹੁਤ ਉਹ ਜਿਹਾ ਅੱਗ ਵਿੱਚੋਂ ਦੀ ਲੰਘ ਚੁੱਕਾ ਆ। ਪੰਜਾਬ ਤੇ 10 ਲੱਖ ਲੋਕ ਸਾਡੇ ਮਾਰੇ ਗਏ, ਵੱਡੇ ਟੁਕੇ ਖੂਨ ਦੀਆਂ ਨਦੀਆਂ ਵਗ ਗਈਆਂ। ਅਸੀਂ ਬਹੁਤ ਕੁਝ ਭੁਗਤ ਚੁੱਕੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਹੁਣ ਧਰਮ ਦੇ ਨਾਂ ਤੇ ਹੋਰ ਇੰਡੀਆ ਦੇ ਵਿੱਚ ਖੂਨ ਡੁੱਲੇ ਜਾਂ ਇਹ ਸਾਡਾ ਦੇਸ਼ ਕਮਜ਼ੋਰ ਹੋਵੇ। ਇਸ ਲਈ ਇਹਨਾਂ ਨੂੰ, ਕਿਉਂਕਿ ਵਿਰੋਧੀ ਪਾਰਟੀਆਂ ਵੀ ਆਫਟਰ ਆਲ ਹਿੰਦੂ ਹੀ ਵਿਰੋਧੀ ਪਾਰਟੀਆਂ ਆ ਨਾ, ਤੇ ਜਦੋਂ ਉਹਨਾਂ ਨੇ ਆਵਾਜ਼ ਚੁੱਕੀ ਤੇ ਇਹਨਾਂ ਨੂੰ ਐਕਸਪੋਜ਼ ਕੀਤਾ ਤਾਂ ਪਤਾ ਲੱਗ ਜੂ। ਦੇਖੋ ਪ੍ਰਧਾਨ ਮੰਤਰੀ ਮਣੀਪੁਰ 'ਚ ਗਏ ਆ, ਮਣੀਪੁਰ 'ਚ ਕਿਹਦੀ ਅੱਗ ਲਾਈ ਹੋਈ? ਇਹਨਾਂ ਦੀ ਲਾਈ ਹੋਈ ਜੀ। ਕਿਉਂ ਇਹ ਆਈ ਕਿ ਜੇ ਅਸੀਂ ਇਹ ਉੱਥੇ ਆਦੀਵਾਸੀਆਂ ਦਾ ਸਟੇਟਸ ਦੇਣਾ ਆ, ਮੈਤੀ ਕਮਿਊਨਿਟੀ ਨੂੰ, ਉਹ 90 ਜਿੰਨੇ ਵੀ ਪਰਸੈਂਟ ਹੈਗੇ ਆ, 53% ਹੈਗੇ ਮੈਤੀ ਜੀ, 30% ਆਦੀਵਾਸੀ। ਸਰ ਮੈਂ ਇੱਥੇ ਥੋੜੀ ਜਿਹੀ ਗੱਲ ਐਡ ਕਰਨਾ ਚਾਹੁੰਦਾ ਪ੍ਰੋਫੈਸਰ ਸਾਹਿਬ। ਉੱਥੇ ਇਹ ਵੀ ਦੇਖਿਆ ਗਿਆ ਮਣੀਪੁਰ 'ਚ ਕਿ ਉੱਥੇ ਜਿਹੜੇ ਆਦੀਵਾਸੀ ਸੀਗੇ ਜਾਂ ਹੋਰ ਸੀਗੇ, ਉਹਨਾਂ ਨੇ 12 ਕਹਿੰਦੇ ਆ ਕਿ ਅੱਤਵਾਦੀ ਆਪਣੇ ਛਡਾ ਲਏ ਉੱਥੇ ਫੌਜ ਨੂੰ ਬੰਦੀ ਬਣਾ ਕੇ। ਹਾਲਾਤ ਸਾਡੇ ਇਹ ਨੇ ਅੱਜ ਦੇ, ਜੋ ਵਾਈਟ ਹਾਊਸ 'ਚ ਸਵਾਲ ਹੋਏ ਉਹ ਹਾਲਾਤ ਅਲੱਗ ਬਿਆਨ ਹੋਏ। ਤਾਂ ਸੂਬੇ ਨਾਲ ਵੀ ਥੋੜ੍ਹਾ ਜਿਹਾ ਜੋੜ ਲੈਂਦੇ ਆ ਇਹਨੂੰ ਕਿ ਇੱਕ ਪਾਸੇ ਤਾਂ ਕੇਂਦਰ ਦੀ ਸਰਕਾਰ ਹੈ ਜਿਹੜੀ ਕਿਸਾਨ ਨਿਧੀ ਯੋਜਨਾ ਨੂੰ ਲੈ ਕੇ ਹਰ ਵਾਰ ਡਫਲੀ ਵਜਾਉਂਦੀ ਹੈ ਕਿ ਅਸੀਂ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪਾ ਰਹੇ ਹਾਂ। ਤਾਂ ਹੁਣ ਜਿਹੜੀ ਆਮ ਆਦਮੀ ਪਾਰਟੀ ਆ, ਉਹ ਵੀ ਕਿਸਾਨਾਂ ਦੇ ਜਿਹੜਾ ਵੱਡੀ ਗੇਮ ਖੇਡਦੇ ਨਜ਼ਰ ਆ ਰਹੇ ਨੇ ਕਿ ਅਸੀਂ 8-8 9-9 ਘੰਟੇ ਬਿਜਲੀ ਦੇ ਰਹੇ ਹਾਂ। ਤਾਂ ਇਸੇ ਦੇ ਨਾਲ ਬਿਜਲੀ ਫਰੀ ਦਾ ਮੁੱਦਾ ਵੀ ਉਹਨਾਂ ਨੇ ਛੇੜਿਆ ਹੋਇਆ। ਕਿਵੇਂ ਦੇਖਦੇ ਹੋ ਕਿ ਇਹਨਾਂ ਦੀ ਪਾਰਟੀ ਦਾ ਏਜੰਡਾ ਇੱਕੋ ਤਾਂ ਨਹੀਂ ਹੁੰਦਾ, ਇੱਕੋ ਟੇਬਲ ਤੇ ਤਿਆਰ ਕਰਕੇ, ਹਾਲਾਂਕਿ ਬਾਹਰ ਆ ਕੇ ਦੋ ਹੋ ਜਾਂਦੇ ਹੋਣ, ਪਰ ਇੱਕੋ ਟੇਬਲ ਤੇ ਤਾਂ ਨਹੀਂ ਏਜੰਡਾ ਇਹਨਾਂ ਦਾ ਤਿਆਰ ਹੁੰਦਾ ਜੀ, ਜੋ ਅੱਜ ਹਾਲਾਤ ਨੇ। ਇਹ ਜਿਹੜੀ ਸਤਨਾਮ ਜੀ ਲੋਕਾਂ 'ਚ ਮੁੱਦੇ ਕੀ ਹੋਣ ਤੇ ਜਿਹੜੀਆਂ ਪ੍ਰਧਾਨ ਮੰਤਰੀ ਰਿਓੜੀਆਂ ਵੰਡਣ ਵਾਲੀ ਗੱਲ ਕਹਿੰਦੇ ਸੀ, ਮੈਂ ਇਸ ਗੱਲ ਦੇ ਰੈਪਰਕਸ਼ਨ ਬਹੁਤ ਟਾਰਗੇਟਡ ਸਬਸਿਡੀ ਰਿਜ਼ਰਵੇਸ਼ਨ ਸਾਨੂੰ ਸਮਝ ਪੈਂਦੀ ਆ। ਆਦੀਵਾਸੀਆਂ ਨੂੰ ਸਹਾਰਾ ਦੇਣਾ ਤਾਂ ਕਿ ਬਾਕੀਆਂ ਦੇ ਬਰਾਬਰ ਆ ਜਾਣ, ਦਲਿਤਾਂ ਨੂੰ ਦੇਣਾ, ਔਰਤਾਂ ਨੂੰ ਦੇਣਾ ਸਾਨੂੰ ਸਮਝ ਪੈਂਦੀ ਆ। ਜਿਹੜਾ ਤੁਸੀਂ 20,000 ਕਰੋੜ ਰੁਪਏ ਦਾ ਸਬਸਿਡੀ ਦੇ ਦਿਓ ਕਿ ਛੁਣਛਣੇ ਵਜਾਉਣੇ ਆ ਪੰਜਾਬ ਦੇ ਅੰਦਰ, ਜੇ ਬਿਜਲੀ ਕਦੀ ਤੇ ਦੇ ਦਿਓ। ਕਿਸੇ ਨੇ ਤੁਹਾਡੇ ਕੋਲੋਂ ਮੁਫਤ ਬਿਜਲੀ ਮੰਗੀ ਸੀ? ਤੁਸੀਂ ਇਹ ਸਿੱਧੀ ਸਰਕਾਰ ਆਮ ਸਿਟੀਜ਼ਨ ਨੂੰ ਕਰਪਟ ਕਰ ਰਹੀ ਹੈ, ਸਿੱਖ ਖਜ਼ਾਨੇ ਚੋਂ ਭ੍ਰਿਸ਼ਟਾਚਾਰੀ ਕਰ ਰਹੀ ਹੈ। ਉਹ ਭ੍ਰਿਸ਼ਟਾਚਾਰ ਕੀ ਹੁੰਦਾ ਕਿ ਜਿਹਦਾ ਕਿਸੇ ਦਾ ਬਣਦਾ ਹੱਕ ਆ ਉਹਦੇ ਤੋਂ ਜ਼ਿਆਦਾ ਕਿਸੇ ਨੂੰ ਦੇਣਾ, ਭਾਵੇਂ ਉਹਨੂੰ ਕਾਨੂੰਨਨ ਤੌਰ ਤੇ ਦੇ ਦਿਓ। ਇਹ ਤੇ ਬੜੀ ਇੱਕ ਕਿਸਮ ਦੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਲੋਕਾਂ ਨੂੰ
ਬ੍ਰਾਈਬ ਕਰਕੇ ਵੱਡੀ ਦੇ ਕੇ ਵੋਟਾਂ ਲੈ ਰਹੀ ਹੈ। ਅਸੀਂ ਉਹਦਾ ਮੂੰਹ ਨਹੀਂ ਖੋਲਦੇ। ਵਿਰੋਧੀ ਪਾਰਟੀਆਂ ਵੀ ਡਟ ਕੇ ਗੱਲ ਦਾ ਕਿਉਂ ਨਹੀਂ ਵਿਰੋਧਤਾ ਕਰਦੀਆਂ। ਇਹ ਇੱਥੋਂ ਤੱਕ ਮੈਂ ਪ੍ਰਧਾਨ ਮੰਤਰੀ ਨਾਲ ਸਹਿਮਤ ਹਾਂ ਸਤਨਾਮ ਜੀ ਕਿ ਜਦੋਂ ਆਪਾਂ ਫ੍ਰੀ ਬੀ ਦੀ, ਮੈਂ ਹੁਣ ਅੱਜ ਹੀ ਸਵੇਰੇ ਬੱਸ ਸਟੈਂਡ ਤੇ ਗਿਆ ਸੀ, ਗੱਲ ਸੁਣ ਲਓ, ਪੱਠਾ ਬਣਾਇਆ ਜਿਹੜੀ ਪੰਜਾਬ ਰੋਡਵੇਜ਼ ਦਾ, ਸਰਕਾਰੀ ਬੱਸਾਂ ਦਾ, ਕਿਉਂਕਿ ਬੀਬੀਆਂ ਨੂੰ ਮੁਫਤ ਹੈਗੀਆਂ। ਤੇ ਤੁਹਾਨੂੰ ਪਤਾ ਬੀਬੀਆਂ ਜਿਹੜੀਆਂ ਆ ਚੰਡੀਗੜ੍ਹ ਤੋਂ ਜਾ ਕੇ ਪਠਾਨਕੋਟ ਤੇ ਗੁਰਦਾਸਪੁਰ ਚ ਜੌਬ ਕਰਕੇ ਤੇ ਦੁਬਾਰਾ ਵਾਪਸ ਆਉਣਾ, ਕੋਈ ਆਪਣੀ ਜੇਬ ਚੋਂ ਕਦੀ ਕੋਈ ਸੋਚ ਸਕਦੀ ਹੈ ਬੀਬੀ? ਮੈਂ ਬੀਬੀਆਂ ਦੇ ਵਿਰੁੱਧ ਨਹੀਂ ਬੋਲ ਰਿਹਾ, ਪਰ ਇੱਕ ਦੁਰਉਪਯੋਗ ਤੇ ਇੱਕ ਉਸ ਸੁਵਿਧਾ ਦੇ ਤਾਂ ਹੈ ਹੀ ਹੈ ਨਾ ਕਿ ਤੁਸੀਂ 4.5 ਘੰਟੇ 4 ਘੰਟੇ ਜਾਣ ਦੇ, 4 ਘੰਟੇ ਆਉਣ ਦੇ, ਤੇ 2 ਘੰਟੇ ਉੱਥੇ ਬੈਠਦੇ ਹੋਣਗੇ ਜੌਬ ਕਰਦੇ, ਤੇ ਤਾਂ ਹੀ 10 ਘੰਟਿਆਂ 'ਚ ਵਾਪਸ ਆਉਂਦੇ ਹੋਗੇ। ਇਸ ਲਈ ਇੱਥੋਂ ਤੱਕ ਸਰਕਾਰੀ ਖਜ਼ਾਨੇ ਦਾ ਦੁਰਉਪਯੋਗ ਹੋ ਰਿਹਾ, ਜਿਹੜਾ ਸਾਡੇ ਟਰਾਂਸਪੋਰਟ ਦਾ ਪੱਠਾ ਪੈ ਰਿਹਾ। ਮੈਂ ਇੱਕੋ ਗੱਲ ਦਾ ਕਰਕੇ ਕਹਿ ਰਿਹਾ ਕਿ ਇਸ ਲਈ ਮੇਰੇ ਵੀਰ, ਇਸ ਸਿਸਟਮ ਨੂੰ ਸੁਧਾਰੋ। ਜਿਨ੍ਹਾਂ ਕੋਲ ਨਹੀਂ ਉੱਠਿਆ ਜਾਂਦਾ ਉਹਨਾਂ ਨੂੰ ਮਦਦ ਕਰੋ, ਖੁੱਲ ਕੇ ਕਰੋ, ਹੁਣ ਨਾਲੋਂ ਵੀ ਜ਼ਿਆਦਾ ਕਰੋ। ਪਰ ਜਿਹੜੇ ਖਾਂਦੇ ਪੀਂਦੇ ਉਹਨਾਂ ਦੀਆਂ ਸਿਰਫ ਵੋਟਾਂ ਲੈਣ ਲਈ ਬੀਬੀਆਂ ਸਾਰੀਆਂ ਨੂੰ 1000 ਰੁਪਇਆ ਦਿਓਗੇ, ਕਿਉਂ ਬਈ? ਕਿਉਂ ਦੋਗੇ ਸਾਰੀਆਂ ਬੀਬੀਆਂ ਨੂੰ 1000 ਰੁਪਇਆ? ਜਿਹੜੀਆਂ ਤਨਖਾਹਾਂ ਲੈਂਦੀਆਂ IAS ਆ ਸਾਰੀਆਂ, ਉਹਨਾਂ ਨੂੰ ਕਿਉਂ ਮਹੀਨੇ ਦਾ 1000 ਰੁਪਇਆ ਦੋਗੇ ਬਈ? ਇਹ ਕਿਤੇ ਲੁੱਟ ਦਾ ਮਾਲ ਆ ਜਾਂ ਕੇਜਰੀਵਾਲ ਦੀ ਜੇਬ ਚੋਂ ਜਾਂਦਾ ਜਾਂ ਭਗਵੰਤ ਮਾਨ ਦੀ ਜੇਬ ਚੋਂ ਜਾਣਾ? ਉਹਨੇ ਆਪਣੇ ਕੋਲੋਂ ਦੇਣਾ ਕਮਾ ਕੇ। ਸਾਡੇ ਜਿਹੜੇ ਆ ਇਤਨਾ ਦੁਰਉਪਯੋਗ ਹੋ ਰਿਹਾ। ਪੰਜਾਬ ਬਹੁਤ ਤਬਾਹੀ ਵੱਲ ਜਾਊ, ਦੇਸ਼ ਵੀ ਤਬਾਹੀ ਵੱਲ ਜਾਊ। ਔਰ ਮੈਂ ਅਫਸੋਸ ਨਾਲ ਕਹਿਣਾ, ਕਾਂਗਰਸ ਵੀ ਇਹਨੂੰ ਚੱਲੀ ਹੋਈ ਆ ਵੱਡੇ ਪੱਧਰ ਤੇ। ਉਹਨਾਂ ਨੂੰ ਲੱਗ ਗਿਆ ਕਿ ਸਾਡੀਆਂ ਵਿਰੋਧੀ ਪਾਰਟੀਆਂ ਇਸ ਫਾਰਮੂਲੇ ਦੇ ਨਾਲ ਫ੍ਰੀ ਬਿਜਲੀ, ਫਿਰ ਫ੍ਰੀ ਹੋ ਰਹਾ ਕਰਕੇ, ਤੇ ਉਹ ਕਾਫੀ ਆਪਣੇ ਤੌਰ ਤੇ ਇਹ ਉਹਨਾਂ ਨੇ ਵੋਟਾਂ ਲਈਆਂ ਤੇ ਸੱਤਾ ਸਾਨੂੰ ਵੀ ਚਾਹੀਦੀ ਆ, ਨਹੀਂ ਤੇ ਅਸੀਂ ਬਿਲਕੁਲ ਇੱਥੇ ਦੇ ਨਕਸ਼ੇ ਤੋਂ ਹੀ ਖਤਮ ਹੋ ਜਾਵਾਂਗੇ। ਮੇਰਾ ਖਿਆਲ ਹੈ ਕਿ ਇਹ ਪਾਰਲੀਮੈਂਟ 'ਚ ਇਹੋ ਜਿਹਾ ਬਿੱਲ ਆਉਣਾ ਚਾਹੀਦਾ ਸੀ ਨਾ, ਨਹੀਂ ਤੇ ਇਹ ਦੇਸ਼ ਦੇ ਵਿੱਚ ਜੋ ਕੁਝ ਅਸੀਂ ਲੋਕਾਂ ਨੂੰ ਭੀਖ ਮੰਗੇ ਬਣਾਉਣ ਵੱਲ ਚੱਲ ਰਹੇ ਆ, ਉਹ ਲੋਕਾਂ ਲਈ ਵੀ ਖਤਰਨਾਕ ਆ, ਦੇਸ਼ ਦੀ ਅਰਥ ਵਿਵਸਥਾ ਲਈ ਖਤਰਾ, ਸਾਡੀ ਰਾਜਨੀਤੀ ਲਈ ਵੀ ਆਉਣ ਵਾਲੇ ਸਮੇਂ 'ਚ ਬਹੁਤ ਖਤਰਨਾਕ ਹੈ। ਜੀ, ਮੇਰਾ ਲਾਸਟ ਸਵਾਲ ਹੈ, ਛੋਟਾ ਜਿਹਾ ਆਨਸਰ ਦਿਓ ਸਰ। ਅਸੀਂ ਬੀਤੇ ਕੱਲ੍ਹ ਦੇਖਿਆ ਕਿ ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਨੇ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਪੰਜਾਬ ਇੰਗਲਿਸ਼ 'ਚ ਲੱਗੇ ਬੋਰਡਾਂ ਨੂੰ ਲੈ ਕੇ ਘੇਰਿਆ, ਤਾਂ ਅੱਜ ਜਿਹੜਾ ਟਵੀਟ ਆਇਆ CM ਮਾਨ ਦਾ ਉਹ ਹਿੰਦੀ ਵਿੱਚ ਆ ਗਿਆ। ਕਿਵੇਂ ਦੇਖਦੇ ਹੋ ਕਿ ਸਰਕਾਰ ਦਾ ਆਪਣੇ ਆਪ 'ਚ ਕੋਈ ਤਰਕ ਨਹੀਂ ਬਣਦਾ ਜਾਂ ਆਪਣੇ ਆਪ 'ਚ ਸਲਾਹ ਨਹੀਂ ਹੁੰਦੀ ਕਿ ਅਸੀਂ ਕਿਹੜੇ ਨਜ਼ਰੀਏ ਨਾਲ ਚੱਲਣਾ, ਕੀ ਲੋਕਾਂ ਨੂੰ ਦੇਣਾ, ਜਦੋਂ ਕਿ ਅਗਲੇ ਦਿਨ ਹੀ ਉਹਨਾਂ ਦੀ ਪੋਲ ਖੁੱਲ੍ਹ ਜਾਂਦੀ ਹੈ? ਜੀ ਦੇਖੋ, ਆਪਸ ਵਿੱਚ ਦੋ ਪਾਵਰ ਸੈਕਟਰ ਤੇ ਹੈ। ਕੁਲਤਾਰ ਸੰਧਵਾ ਕਿਤੇ ਨਾ ਕਿਤੇ ਚੁੱਪ ਚੁਪੀਤੇ ਆਪਣਾ ਅੱਖ ਰੱਖ ਰਹੇ ਆ ਸੱਤਾ ਦੇ ਉੱਤੇ, ਟੌਪ ਪੋਜੀਸ਼ਨ ਦੇ ਉੱਤੇ। ਉਹ ਉਸ ਤਰੀਕੇ ਚੱਲਦੇ ਹੈਗੇ ਆ, ਠੀਕ ਹੈ। ਤੇ ਇਹ ਹਰ ਇੱਕ ਦਾ ਅਧਿਕਾਰ ਵੀ ਆ, ਕੋਈ ਮਾੜੀ ਗੱਲ ਨਹੀਂ। ਜਿੱਥੋਂ ਤੱਕ ਭਗਵੰਤ ਮਾਨ ਦਾ ਇਹਨਾਂ ਦੀ ਦਿੱਕਤ ਇਹ ਹੈ ਕਿ ਆਪ ਤੇ ਪੜ੍ਹਦੇ ਹੀ ਨਹੀਂ ਹੋਣੇ। ਸ਼ਾਇਦ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਆਪ ਦੇਖਿਆ ਹੋਵੇ ਟਵੀਟ, ਕਿਸੇ ਨੇ ਉਹਨਾਂ ਦੇ ਹੈਂਡਲ ਤੋਂ ਕਰ ਦਿੱਤਾ ਤੇ ਕਰਤਾ। ਸਾਨੂੰ ਤੇ ਇੰਝ ਲੱਗਦਾ ਕਿ ਉਹਨਾਂ ਨੇ ਆਪ ਹੀ ਬਟਨ ਦੱਬਿਆ, ਕਿਉਂਕਿ ਲੋਕ ਉਹਨਾਂ ਦੇ ਹੈਂਡਲ ਤੋਂ ਹੋਇਆ ਨਾ। ਲੋਕ ਤੇ ਇਹੋ ਹੀ ਮੰਨਣਗੇ ਕਿ ਭਗਵੰਤ ਮਾਨ ਦਾ। ਉੱਥੇ ਜਿਹੜੇ ਪੰਜਾਬੀ ਮੁੰਡੇ ਆ ਨਹੀਂ ਮਿਲੇ ਹੁਣੇ, ਉਹ ਜਿਹੜੇ ਯੂਪੀ ਤੋਂ ਮੁੰਡੇ ਲਿਆ ਕੇ ਬਿਠਾਏ ਹੋਏ ਆ, ਉਹਨਾਂ ਨੂੰ ਆਉਂਦੀ ਹਿੰਦੀ ਆ, ਉਹ ਕੀ ਕਰਨਗੇ? ਸਾਡੇ ਸਰਕਾਰੀ ਖਜ਼ਾਨੇ ਨੂੰ ਤੇ ਬਾਹਰਲੇ ਲੋਕਾਂ ਨੂੰ ਵੀ ਤੇ ਲਟਾਇਆ ਜਾ ਰਿਹਾ ਨਾ ਵੱਡੇ ਪੱਧਰ। ਇਕੱਲਾ ਰੰਗ ਵਿੱਚ ਢਾ ਕੇ ਥੋੜੀ ਬੈਠਾ ਸਾਡੀ ਕੋਠੀ 'ਚ, ਬਥੇਰੀ ਉਹਦੇ ਨਾਲ ਸੈਨਾ ਆ ਕੇ ਬੈਠੀ ਆ, ਬਥੇਰੇ ਸਾਰੇ ਪੰਜਾਬ 'ਚ ਉਹਨਾਂ ਨੇ ਆਪਣਾ ਨੈਟਵਰਕ ਕੇਜਰੀਵਾਲ ਨੇ ਬਣਾਇਆ। ਉਹ ਫਿਰ ਹਿੰਦੀ ਹੀ ਲਾਗੂ ਕਰਨਗੇ ਭਾਈ, ਪੰਜਾਬੀ ਤੇ ਫਿਰ ਐਵੇਂ ਰਾਜਨੀਤੀ ਕਰਨ ਲਈ ਹੈਗੀ ਆ ਧਰਾਤਲ ਤੇ। ਮੇਰਾ ਖਿਆਲ ਹੈ ਕਿ ਆਖਿਰ ਹਿੰਦੀ ਹੀ ਉਤਸ਼ਾਹਿਤ ਹੋਊਗੀ ਇਸ ਤਰੀਕੇ ਨਾਲ ਜੇ ਚੱਲਦਾ ਰਿਹਾ। ਜੀ, ਪ੍ਰਾਈਮ ਮੁੱਦੇ 'ਚ ਅੱਜ ਦੇ ਅਹਿਮ ਮੁੱਦੇ ਇਹ ਸੀਗੇ ਜਿਨ੍ਹਾਂ ਤੇ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਵਿਸਤਾਰ ਨਾਲ ਚਰਚਾ ਕੀਤੀ ਹੈ। ਸੋ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਹੋਰ ਅਜਿਹੇ ਹੀ ਮੁੱਦੇ ਲੈ ਕੇ ਮੁੜ ਤੋਂ ਹਾਜ਼ਰ ਹੋਵਾਂਗੇ। ਬਣੇ ਰਹੋ ਰੋਜ਼ਾਨਾ ਲੋਕਨਾਥ TV ਨਾਲ।